ਪਿਆਰੇ ਵਿਦਿਆਰਥੀਓ, ਅੱਜ ਅਸੀਂ ਪੰਜਾਬੀ ਭਾਸ਼ਾ ਦਾ ਅਗਲਾ ਟੌਪਿਕ ਲਗਾ ਅਤੇ ਲਗਾ ਅੱਖਰ ਪੜ੍ਹਨ ਜਾ ਰਹੇ ਹਾਂ। ਬੱਚਿਓ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੂੰਹ ਵਿੱਚ ਜਦੋਂ ਅਸੀਂ ਕੁਝ ਧੁਨੀਆਂ ਕੱਢਦੇ ਹਾਂ ਤਾਂ ਉਹਨਾਂ ਨੂੰ ਜਦੋਂ ਲਿਖਤੀ ਰੂਪ ਦਿੱਤਾ ਜਾਂਦਾ ਹੈ ਤਾਂ ਉਹਨਾਂ ਨੂੰ ਸਵਰ ਚਿੰਨ੍ਹ ਕਹਿੰਦੇ ਹਨ ਅਤੇ ਇਹਨਾਂ ਸਵਰ ਚਿੰਨ੍ਹਾਂ ਨੂੰ ਹੀ ਅਸੀਂ ਅੱਖਰ ਜਾਂ ਵਰਨ ਕਹਿੰਦੇ ਹਾਂ। ਇਸ ਤੋਂ ਇਲਾਵਾ ਬੱਚਾ ਜਦੋਂ ਅੱਖਰਾਂ ਦਾ ਸਹੀ ਤਰੀਕੇ ਨਾਲ ਉਚਾਰਨ ਕਰਨਾ ਹੁੰਦਾ ਹੈ ਤਾਂ ਮੂੰਹ ਵਿੱਚੋਂ ਨਿਕਲਣ ਵਾਲੀ ਇਹਨਾਂ ਧੁਨੀਆਂ ਦੇ ਉਚਾਰਨ ਦੇ ਨਾਲ ਨਾਲ ਕੁਝ ਅਜਿਹੇ ਸਵਰ ਚਿੰਨ੍ਹਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਜਿਹੜੇ ਇਹਨਾਂ ਅੱਖਰਾਂ ਨੂੰ ਜਾਂ ਇਹਨਾਂ ਧੁਨੀਆਂ ਨੂੰ ਉਚਾਰਨ ਵਿੱਚ ਸਹਾਇਤਾ ਮਿਲਦੀ ਹੈ। ਬੱਚਿਓ, ਇਹਨਾਂ ਸਵਰ ਚਿੰਨ੍ਹਾਂ ਨੂੰ ਜਿਹੜੇ ਅੱਖਰਾਂ ਦੇ ਨਾਲ ਲੱਗਦੇ ਹਨ ਅਤੇ ਧੁਨੀਆਂ ਨੂੰ ਸਹੀ ਰੂਪ ਉਚਾਰਨ ਵਿੱਚ ਮਦਦ ਕਰਦੇ ਹਨ, ਇਹਨਾਂ ਸਵਰ ਚਿੰਨ੍ਹਾਂ ਨੂੰ ਲਗਾਂ ਆਖਿਆ ਜਾਂਦਾ ਹੈ। ਗੁਰਮੁਖੀ ਲਿਪੀ ਵਿੱਚ ਕੁੱਲ 10 ਲਗਾਵਾਂ ਹਨ: ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ, ਕਨੌੜਾ। ਬੱਚਿਓ, ਮੁਕਤਾ ਉਹ ਹੁੰਦਾ ਹੈ ਜਿਸ ਵਿੱਚ ਕੋਈ ਵੀ ਮਾਤਰਾ ਨਹੀਂ ਲੱਗਦੀ। ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ, ਕਨੌੜਾ ਇਹ ਪ੍ਰਮੁੱਖ ਮਾਤਰਾਵਾਂ ਹਨ ਜਿਹੜੇ ਕਿਸੇ ਵੀ ਅੱਖਰ ਦੇ ਨਾਲ ਲੱਗਦੀਆਂ ਹਨ। ਬੱਚਿਓ, ਇਹਨਾਂ ਲਗਾਵਾਂ ਦੀ ਜ਼ਰੂਰਤ ਕਿਉਂ ਪੈਂਦੀ ਹੈ? ਜਦੋਂ ਵੀ ਅਸੀਂ ਕਿਸੇ ਧੁਨੀ ਨੂੰ ਬਹੁਤ ਲੰਬਾ ਖਿੱਚਦੇ ਹਾਂ ਅਤੇ ਜਾਂ ਬਹੁਤ ਛੋਟਾ ਖਿੱਚਦੇ ਹਾਂ ਤਾਂ ਇਹਨਾਂ ਧੁਨੀਆਂ ਦੇ ਠਹਿਰਾਵ ਦੇ ਅਨੁਸਾਰ ਸਾਨੂੰ ਇਹਨਾਂ ਮਾਤਰਾਵਾਂ ਦਾ ਪ੍ਰਯੋਗ ਕਰਨਾ ਪੈਂਦਾ ਹੈ। ਸਭ ਤੋਂ ਪਹਿਲਾਂ ਅਸੀਂ ਮੁਕਤਾ ਲਗਾ ਦੀ ਗੱਲ ਕਰਦੇ ਹਾਂ। ਬੱਚਿਓ, ਮੁਕਤਾ ਅਜਿਹੀ ਲਗਾ ਹੁੰਦੀ ਹੈ ਜਿਸ ਦੀ ਆਵਾਜ਼ ਬਹੁਤ ਹੀ ਜ਼ਿਆਦਾ ਛੋਟੀ ਹੁੰਦੀ ਹੈ। ਜਿਵੇਂ ਸਮ, ਇਸਦਾ ਕੋਈ ਵੀ ਚਿੰਨ੍ਹ ਨਹੀਂ ਹੁੰਦਾ ਅਤੇ ਇਸਦੀ ਕੋਈ ਵੀ ਮਾਤਰਾ ਨਹੀਂ ਲੱਗਦੀ। ਜਿਵੇਂ ਸਮ, ਕਮ, ਤਜ, ਕਜ, ਸਜ, ਸੜਕ, ਰਮਨ, ਦਮਨ, ਚਰਨ, ਖਬਰ, ਬਸਤਰ, ਸ਼ਸਤਰ, ਪਰਮਲ, ਅਜਗਰ, ਅਚਕਨ। ਇਸ ਤੋਂ ਇਲਾਵਾ ਬੱਚਿਓ, ਦੂਸਰੀ ਮਾਤਰਾ ਹੁੰਦੀ ਹੈ ਕੰਨਾ। ਬੱਚਿਓ, ਜਿਹੜੀ ਕੰਨਾ ਜਿਹੜਾ ਹੁੰਦਾ ਹੈ ਉਹ ਹਮੇਸ਼ਾ ਅੱਖਰ ਦੇ ਨਾਲ ਲੱਗਦਾ ਹੈ। ਅਸੀਂ ਇਸ ਨੂੰ ਅੱਖਰ ਨਾਲੋਂ ਥੋੜ੍ਹੀ ਜਿਹੀ ਘੱਟ ਲੰਬਾਈ ਵਿੱਚ ਖਿੱਚਦੇ ਹਾਂ। ਇਸ ਦੀ ਆਵਾਜ਼ ਲੰਬੀ ਹੁੰਦੀ ਹੈ। ਇਹ ਹਿੰਦੀ ਦੇ ਆ ਦੀ ਮਾਤਰਾ ਦੀ ਤਰ੍ਹਾਂ ਹੁੰਦਾ ਹੈ। ਜਿਵੇਂ ਆਮ, ਰਾਮ, ਸ਼ਾਮ, ਤਾਰਾ, ਪਾਰਾ, ਤਾਲਾ, ਅਨਾਰ, ਚਾਵਲ, ਦਾਵਤ, ਫਾਟਕ, ਚਮੜਾ, ਬਾਲਕ, ਟਮਾਟਰ, ਬਲਵਾਨ, ਨਸ਼ਾਦਰ, ਪਲਵਾਨ, ਤਰਖਾਨ। ਬੱਚੋਂ, ਜਿਸ ਅੱਖਰ ਦੇ ਨਾਲ ਇਹ ਮਾਤਰਾ ਲੱਗਦੀ ਹੈ ਉਸ ਅੱਖਰ ਨੂੰ ਅਸੀਂ ਲੰਬਾ ਖਿੱਚਦੇ ਹਾਂ ਜਾਂ ਉਸਦਾ ਉਚਾਰਨ ਅਸੀਂ ਲੰਬਾ ਕਰਦੇ ਹਾਂ। ਜਿਸ ਤਰ੍ਹਾਂ ਅਨਾਰ ਵਿੱਚ ਅਸੀਂ ਨੰਨੇ ਦੇ ਨਾਲ ਜਦੋਂ ਅਸੀਂ ਕੰਨਾ ਲਾ ਦਿੱਤਾ ਤਾਂ ਉਹ ਬਣ ਗਿਆ ਨਾ। ਇਸ ਤਰ੍ਹਾਂ ਇਸ ਦੀ ਆਵਾਜ਼ ਬਹੁਤ ਹੀ ਲੰਬੀ ਹੋ ਜਾਂਦੀ ਹੈ। ਤੀਸਰੀ ਮਾਤਰਾ ਹੈ ਸਿਹਾਰੀ। ਬੱਚੋ, ਇਹ ਚਿੰਨ੍ਹ ਹਮੇਸ਼ਾ ਅੱਖਰ ਦੇ ਖੱਬੇ ਪਾਸੇ ਲੱਗਦਾ ਹੈ ਅਤੇ ਇਸ ਦੀ ਆਵਾਜ਼ ਛੋਟੀ ਹੁੰਦੀ ਹੈ। ਅਰਥਾਤ ਜਦੋਂ ਵੀ ਅਸੀਂ ਇਸ ਦਾ ਉਚਾਰਨ ਕਿਸੇ ਅੱਖਰ ਦੇ ਨਾਲ ਕਰਦੇ ਹਾਂ ਤਾਂ ਇਸ ਦਾ ਉਚਾਰਨ ਛੋਟਾ ਹੁੰਦਾ ਹੈ। ਜਿਵੇਂ ਗੱਗੇ ਨੂੰ ਜਦੋਂ ਅਸੀਂ ਸਿਹਾਰੀ ਪਾਈ ਤਾਂ ਗਿ ਛੋਟਾ ਉਚਾਰਨ ਹੁੰਦਾ ਹੈ। ਨਾਣਾ ਗਿਨ, ਮਿਨ, ਸਿਰਾ, ਸਿਲਾ, ਪਿਲਾ, ਮਿਲਾ, ਮਿਰਚ, ਕਿਰਨ, ਗਿਟਾਰ, ਸਿਤਾਰ, ਨਾਇਬ, ਰੀਬਨ ਆਦਿ। ਬੱਚੇ, ਚੌਥੀ ਮਾਤਰਾ ਹੈ ਬਿਹਾਰੀ। ਇਹ ਚਿੰਨ੍ਹ ਅੱਖਰ ਦੇ ਸੱਜੇ ਪਾਸੇ ਲੱਗਦਾ ਹੈ। ਇਸ ਦੀ ਆਵਾਜ਼ ਲੰਬੀ ਹੁੰਦੀ ਹੈ। ਇਸ ਦੀ ਆਵਾਜ਼ ਹਿੰਦੀ ਦੀ ਮਾਤਰਾ ਬੜੇ ਈ ਦੀ ਮਾਤਰਾ ਵਾਂਗੂ ਹੁੰਦੀ ਹੈ। ਜਿਵੇਂ ਤੀਰ, ਹੀਰ, ਲੀਕ, ਮੀਟੀ, ਜੀਪ, ਸੀਟੀ। ਇਸ ਤਰ੍ਹਾਂ ਇਸ ਦੀ ਆਵਾਜ਼ ਜਿਸ ਅੱਖਰ ਦੇ ਨਾਲ ਲੱਗਦੀ ਹੈ ਉਸ ਅੱਖਰ ਨੂੰ ਇਹ ਲੰਬਾ ਉਚਾਰਨ ਦੇ ਤੌਰ 'ਤੇ ਕਰ ਦਿੰਦੀ ਹੈ। ਅਗਲੀ ਮਾਤਰਾ ਹੈ ਔਂਕੜ। ਇਹ ਚਿੰਨ੍ਹ ਹਮੇਸ਼ਾ ਅੱਖਰ ਦੇ ਥੱਲੇ ਲੱਗਦਾ ਹੈ ਅਤੇ ਇਸ ਦੀ ਆਵਾਜ਼ ਛੋਟੀ ਹੁੰਦੀ ਹੈ। ਜਿਵੇਂ ਗੁਲ, ਯਾਨੀ ਕਿ ਇਸ ਵਿੱਚ ਗੱਗੇ ਦੇ ਪੈਰਾਂ ਵਿੱਚ ਇਹ ਮਾਤਰਾ ਲੱਗੀ ਹੈ ਅਤੇ ਜਿਸ ਅੱਖਰ ਦੇ ਥੱਲੇ ਇਹ ਮਾਤਰਾ ਲੱਗਦੀ ਹੈ ਉਸ ਅੱਖਰ ਦੇ ਨਾਲ ਉ ਦੀ ਆਵਾਜ਼ ਨਿਕਲਦੀ ਹੈ, ਜਿਸ ਨਾਲ ਉਸ ਅੱਖਰ ਨਾਲ ਥੋੜ੍ਹੀ ਜਿਹੀ ਉ ਦੀ ਛੋਟੀ ਆਵਾਜ਼ ਆਉਂਦੀ ਹੈ। ਗੁਲ, ਤੁੜ, ਮੁੜ, ਕੁੜੀ, ਕੁਲੀ, ਸੁਨਾ, ਕੁਰਸੀ ਆਦਿ। ਅਗਲੀ ਮਾਤਰਾ ਹੈ ਬੱਚਿਓ ਦੁਲੈਂਕੜ। ਇਹ ਚਿੰਨ੍ਹ ਅੱਖਰ ਦੇ ਹਮੇਸ਼ਾ ਥੱਲੇ ਲੱਗਦਾ ਹੈ ਅਤੇ ਇਹ ਇੱਕ ਡਬਲ ਚਿੰਨ੍ਹ ਹੈ ਜਿਹੜਾ ਅਸੀਂ ਇਸ ਨੂੰ ਲਗਾਉਂਦੇ ਹਾਂ। ਇਸ ਦੀ ਆਵਾਜ਼ ਲੰਬੀ ਹੁੰਦੀ ਹੈ। ਜਿਵੇਂ ਮੂਲੀ, ਸੂਲੀ, ਪੂੜੀ, ਰੂਪ, ਸੂਤ, ਦੂਤ। ਤੁਸੀਂ ਦੇਖਿਆ ਹੋਵੇਗਾ ਕਿ ਕਿਸ ਤਰ੍ਹਾਂ ਸੂਤ
ਦੀ ਆਵਾਜ਼ ਲੰਬੀ ਗਈ ਹੈ। ਤਾਂ ਇਸ ਤਰ੍ਹਾਂ ਜਿਸ ਸੱਸੇ ਦੇ ਪੈਰਾਂ ਵਿੱਚ ਜਦੋਂ ਦੁਲੈਂਕੜ ਲੱਗਾ ਤਾਂ ਇਸ ਦੀ ਮਾਤਰਾ, ਇਸ ਦੀ ਆਵਾਜ਼ ਲੰਬੀ ਹੋ ਗਈ ਅਤੇ ਇਸ ਦੀ ਆਵਾਜ਼ ਦੋਹਰੀ ਹੋ ਗਈ। ਅਗਲੀ ਮਾਤਰਾ ਹੈ ਬੱਚੋ ਲਾਂ। ਇਹ ਚਿੰਨ੍ਹ ਹਮੇਸ਼ਾ ਅੱਖਰ ਦੇ ਉੱਪਰ ਲੱਗਦਾ ਹੈ। ਜਿਵੇਂ ਸੇਬ ਵਿੱਚ ਜਿਹੜੀ ਲਾਂ ਹੈ ਉਹ ਸੱਸੇ ਦੇ ਉੱਪਰ ਲੱਗੀ ਹੋਈ ਹੈ ਅਤੇ ਇਸ ਦੀ ਆਵਾਜ਼ ਲੰਬੀ ਹੁੰਦੀ ਹੈ। ਜਿਵੇਂ ਸੇਬ, ਰੇਤ, ਬੇਰ, ਖੇਤ, ਖੇਡ ਆਦਿ। ਅਗਲੀ ਮਾਤਰਾ ਹੈ ਦੁਲਾਵਾਂ। ਬੱਚੋ ਦੁਲਾਵਾਂ ਜਦੋਂ ਅਸੀਂ ਦੋ ਲਾਵਾਂ ਪਾ ਦਿੰਦੇ ਹਾਂ, ਇਸ ਕਰਕੇ ਹੀ ਅਸੀਂ ਇਸਨੂੰ ਦੁਲਾਵਾਂ ਬੋਲਦੇ ਹਾਂ। ਇਹ ਚਿੰਨ੍ਹ ਅੱਖਰ ਦੇ ਉੱਪਰ ਲੱਗਦਾ ਹੈ ਅਤੇ ਇਸ ਦੀ ਆਵਾਜ਼ ਲੰਬੀ ਹੁੰਦੀ ਹੈ। ਜਿਵੇਂ ਪੈਰ, ਸੈਰ, ਵੈਰ, ਸ਼ਹਿਣਾ, ਲੈਣਾ। ਅਗਲੀ ਮਾਤਰਾ ਹੈ ਹੌੜਾ। ਇਹ ਚਿੰਨ੍ਹ ਅੱਖਰ ਦੇ ਉੱਪਰ ਲੱਗਦਾ ਹੈ। ਇਸ ਦੀ ਆਵਾਜ਼ ਲੰਬੀ ਹੁੰਦੀ ਹੈ। ਜਿਵੇਂ ਘੋੜਾ, ਹੋਰ, ਗੋਲ, ਮੋਰ, ਧੋਬੀ, ਮੋਤੀ। ਇਹ ਹਿੰਦੀ ਦੀ ਮਾਤਰਾ ਉਹ ਦੀ ਮਾਤਰਾ ਵਾਂਗੂ, ਛੋਟੇ ਉਹ ਦੀ ਮਾਤਰਾ ਵਾਂਗੂ ਇਸ ਦੀ ਆਵਾਜ਼ ਹੁੰਦੀ ਹੈ। ਕਨੋੜਾ ਚਿੰਨ੍ਹ ਜਿਹੜਾ ਹੈ ਅੱਖਰ ਦੇ ਉੱਪਰ ਲੱਗਦਾ ਹੈ। ਇਸ ਦੀ ਆਵਾਜ਼ ਲੰਬੀ ਹੁੰਦੀ ਹੈ ਅਤੇ ਹਿੰਦੀ ਦੇ ਵੱਡੇ ਉਹ ਦੀ ਮਾਤਰਾ ਵਾਂਗੂ ਹੁੰਦੀ ਹੈ ਅਤੇ ਇਸ ਵਿੱਚ ਲੰਬੀ ਆਵਾਜ਼ ਨਿਕਲਦੀ ਹੈ। ਜਿਵੇਂ ਪੌਦਾ, ਧੌਣ, ਪੌਣ, ਦੌੜੀ, ਪੋਲੀ, ਕੋਲੀ ਆਦਿ। ਇਸ ਤਰ੍ਹਾਂ ਬੱਚੋ ਕਨੋੜੇ ਤੱਕ ਕੁੱਲ ਮਿਲਾ ਕੇ 10 ਲਗਾਵਾਂ ਹੁੰਦੀਆਂ ਹਨ ਜਾਂ ਇਹਨਾਂ ਨੂੰ ਲਗਾ ਮਾਤਰਾ ਵੀ ਕਿਹਾ ਜਾ ਸਕਦਾ ਹੈ। ਇਹ ਲਗਾ ਮਾਤਰਾ ਹਮੇਸ਼ਾ ਅੱਖਰਾਂ ਦੇ ਨਾਲ ਹੀ ਆਉਂਦੀਆਂ ਹਨ। ਇਹ ਅੱਖਰਾਂ ਤੋਂ ਬਿਨਾਂ ਨਹੀਂ ਆ ਸਕਦੀਆਂ। ਕੋਈ ਵੀ ਮਾਤਰਾ ਧੁਨੀਆਂ ਦੇ ਨਾਲ, ਧੁਨੀਆਂ ਨੂੰ ਜਦੋਂ ਅਸੀਂ ਲਿਖਤੀ ਰੂਪ ਦਿੰਦੇ ਹਾਂ ਤਾਂ ਉਹ ਅੱਖਰ ਬਣ ਜਾਂਦੇ ਹਨ ਅਤੇ ਅੱਖਰ ਨੂੰ ਜਾਂ ਧੁਨੀਆਂ ਨੂੰ ਜਦੋਂ ਅਸੀਂ ਲੰਬਾ ਜਾਂ ਛੋਟਾ ਖਿੱਚਣਾ ਹੁੰਦਾ ਹੈ ਤਾਂ ਉਸ ਨਾਲ ਅਸੀਂ ਲਗਾ ਮਾਤਰਾ ਲਗਾ ਕੇ ਉਸ ਦਾ ਪ੍ਰਯੋਗ ਕਰਦੇ ਹਾਂ ਅਤੇ ਉਸ ਦਾ ਸਹੀ ਉਚਾਰਨ ਕਰਦੇ ਹਾਂ। ਬੱਚੋ ਸੱਸੇ ਤੋਂ ਲੱਲੇ ਤੱਕ, ਪੈਰ ਬਿੰਦੀ ਤੱਕ ਸਾਰੇ ਅੱਖਰਾਂ ਨਾਲ 10 ਲਗਾਵਾਂ ਲੱਗਦੀਆਂ ਹਨ। ਇਸ ਤੋਂ ਇਲਾਵਾ ਬੱਚੋ ਅਸੀਂ ਜੇਕਰ ਊੜਾ, ਐੜਾ, ਈੜੀ ਨਾਲ ਲਗਾਵਾਂ ਦੀ ਵਰਤੋਂ ਕਰੀਏ ਅਤੇ ਤਾਂ ਜਿਹੜੇ ਅਸੀਂ ਹੁਣੇ ਜਿਹੀ ਗੱਲ ਕੀਤੀ ਹੈ ਕਿ ਸਾਰੀਆਂ ਲਗਾਵਾਂ ਜਿਹੜੀਆਂ ਹਨ ਉਹ ਅੱਖਰਾਂ ਨਾਲ ਲੱਗਦੀਆਂ ਹਨ, ਤਾਂ ਇਹਨਾਂ ਵਿੱਚ ਕੁਝ ਅਜਿਹੇ ਅੱਖਰ ਵੀ ਹਨ ਜਿਨ੍ਹਾਂ ਨਾਲ ਸਾਰੀਆਂ ਲਗਾਵਾਂ ਨਹੀਂ ਲੱਗਦੀਆਂ। ਸੱਸੇ ਤੋਂ ਲੈ ਕੇ ਲੱਲੇ ਪਰੇ ਬਿੰਦੀ ਤੱਕ ਬੱਚੋ ਆਮ ਤੌਰ 'ਤੇ ਦਸੇ ਲਗਾਵਾਂ ਲੱਗਦੀਆਂ ਹਨ, ਪਰ ਊੜਾ, ਐੜਾ, ਈੜੀ ਅਜਿਹੇ ਅੱਖਰ ਹਨ ਜਿਨ੍ਹਾਂ ਨਾਲ ਕੁਝ ਲਗਾਵਾਂ ਲੱਗਦੀਆਂ ਹਨ। ਜਿਵੇਂ ਊੜਾ ਇੱਕ ਅਜਿਹਾ ਅੱਖਰ ਹੈ ਜਿਹਨਾਂ ਸਿਰਫ 3 ਲਗਾਵਾਂ ਲੱਗਦੀਆਂ ਹਨ, ਔਂਕੜ, ਦੁਲੈਂਕੜ ਅਤੇ ਹੌੜਾ। ਜਿਵੇਂ ਉੱਨ, ਊਂਠ, ਓਪਰਾ ਆਦਿ। ਐੜੇ ਨਾਲ ਬੱਚਿਓ 4 ਲਗਾਵਾਂ ਲੱਗਦੀਆਂ, ਜਿਵੇਂ ਮੁਕਤਾ, ਕੰਨਾ, ਦੁਲਾਵਾਂ ਅਤੇ ਕਨੋੜਾ। ਜਿਵੇਂ ਅਚਕਨ, ਆਦਮੀ, ਐਨਕ, ਔਕੜ ਆਦਿ। ਈੜੀ ਨਾਲ 3 ਲਗਾਵਾਂ ਲੱਗਦੀਆਂ ਹਨ, ਸਿਆਰੀ, ਬਿਹਾਰੀ ਅਤੇ ਲਾਂ। ਬੱਚਿਓ ਜਦੋਂ ਵੀ ਤੁਸੀਂ ਕਿਸੇ ਸ਼ਬਦ ਨੂੰ ਪੜ੍ਹਦੇ ਹੋ ਤਾਂ ਤੁਸੀਂ ਇਸ ਗੱਲ ਦਾ ਤੁਹਾਨੂੰ ਬੜਾ ਚੰਗੀ ਤਰ੍ਹਾਂ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਈੜੀ ਦੇ ਨਾਲ ਨਾ ਤਾਂ ਤੁਸੀਂ ਕਦੀ ਹੌੜਾ ਦੇਖਿਆ ਹੋਏਗਾ, ਨਾ ਹੀ ਤੁਸੀਂ ਕਨੋੜਾ ਦੇਖਿਆ ਹੋਏਗਾ, ਕਿਉਂਕਿ ਅਜਿਹੇ ਸ਼ਬਦ ਪ੍ਰਯੋਗ ਵਿੱਚ ਹੈ ਹੀ ਨਹੀਂ। ਤਾਂ ਇਸ ਤਰ੍ਹਾਂ ਈੜੀ ਨਾਲ ਸਿਰਫ 3 ਲਗਾਵਾਂ, ਸਿਆਰੀ, ਬਿਹਾਰੀ ਅਤੇ ਲਾਂ ਲੱਗਦੀ ਹੈ। ਬੱਚਿਓ ਜਦੋਂ ਅਸੀਂ ਅੱਖਰਾਂ ਨਾਲ ਲਗਾ ਮਾਤਰਾ ਦਾ ਪ੍ਰਯੋਗ ਕਰਕੇ ਉਹਨਾਂ ਦਾ ਸਹੀ ਉਚਾਰਨ ਕਰਦੇ ਹਾਂ ਤਾਂ ਉਸਦੇ ਨਾਲ ਇਹਨਾਂ ਲਗਾਵਾਂ ਦੇ ਨਾਲ ਕੁਝ ਅਜਿਹੇ ਅੱਖਰਾਂ ਦੀ ਹੋਰ ਜ਼ਰੂਰਤ ਪੈਂਦੀ ਹੈ ਜਿਹੜੇ ਉਸਦੇ ਉਚਾਰਨ ਵਿੱਚ ਹੋਰ ਮਦਦ ਕਰਦੇ ਹਨ। ਜਿਵੇਂ ਇਹਨਾਂ ਨੂੰ ਹੀ ਅਸੀਂ ਲਗਾ ਅੱਖਰ ਕਹਿੰਦੇ ਹਨ। ਇਹ ਲਗਾ ਅੱਖਰਾਂ ਇਹਨਾਂ ਦੇ ਨਾਂ ਤੋਂ ਹੀ ਪਤਾ ਚੱਲ ਰਿਹਾ ਹੈ ਕਿ ਇਹ ਲਗਾ ਅੱਖਰ ਉਹ ਅੱਖਰ ਹੁੰਦੇ ਹਨ ਜਿਹੜੇ ਲਗਾਵਾਂ ਦੇ ਨਾਲ ਲੱਗਦੇ ਹਨ, ਇਹ ਅੱਖਰਾਂ ਦੇ ਨਾਲ ਨਹੀਂ ਲੱਗਦੇ। ਜਿਹੜੇ ਚਿੰਨ੍ਹ ਅਸੀਂ ਲਗਾਵਾਂ ਦੇ ਨਾਲ ਪ੍ਰਯੋਗ ਕਰਦੇ ਹਾਂ, ਯਾਨੀ ਕਿ 10 ਲਗਾਵਾਂ ਦੇ ਨਾਲ, ਹੌੜੇ, ਕਨੋੜੇ ਦੇ ਨਾਲ ਅਸੀਂ ਪ੍ਰਯੋਗ ਕਰਦੇ ਹਾਂ, ਉਹਨਾਂ ਨੂੰ ਲਗਾ ਅੱਖਰ ਆਖਦੇ ਹਾਂ। ਬੱਚਿਓ ਪੰਜਾਬੀ ਵਿਆਕਰਨ ਵਿੱਚ 3 ਲਗਾ ਅੱਖਰ ਹਨ, ਬਿੰਦੀ, ਟਿੱਪੀ, ਅੱਧਕ। ਪਰ ਇਹਨਾਂ ਦੇ ਵੀ ਆਪਣੇ ਹੀ ਨਿਯਮ ਹਨ ਅਤੇ ਇਹ ਵੀ ਸਾਰੀਆਂ ਲਗਾਵਾਂ ਦੇ ਨਾਲ ਨਹੀਂ ਲੱਗਦੇ। ਜਿਸ ਤਰ੍ਹਾਂ ਲਗਾਵਾਂ ਸਾਰੇ ਅੱਖਰਾਂ ਦੇ ਨਾਲ ਨਹੀਂ ਲੱਗਦੀਆਂ, ਉਸ ਤਰ੍ਹਾਂ ਸਾਰੀਆਂ ਲਗਾਵਾਂ ਸਾਰੇ ਅੱਖਰਾਂ ਦੇ ਨਾਲ ਨਹੀਂ ਲੱਗਦੀਆਂ, ਉਸੇ ਤਰ੍ਹਾਂ ਸਾਰੇ ਲਗਾ ਅੱਖਰ ਸਾਰੀਆਂ ਲਗਾ ਮਾਤਰਾ ਦੇ ਨਾਲ ਨਹੀਂ ਲੱਗਦੇ। ਅਸੀਂ ਸਭ ਤੋਂ ਪਹਿਲੇ ਪੜ੍ਹਦੇ ਹਾਂ ਬਿੰਦੀ। ਜਿਹੜੀ ਬਿੰਦੀ ਹੈ ਉਹ ਸਿਰਫ ਔਰ ਸਿਰਫ 6 ਲਗਾ ਨਾਲ ਲੱਗਦੀ ਹੈ। ਤੁਸੀਂ ਦੇਖਿਆ ਹੋਵੇਗਾ ਕੰਨੇ ਦੇ ਨਾਲ ਜਿਵੇਂ ਮਾਂ, ਬਿਹਾਰੀ ਦੇ ਨਾਲ ਜਿਵੇਂ ਨੀਂਦ, ਲਾਂ ਦੇ ਨਾਲ ਜਿਵੇਂ ਪੇਂਟਰ, ਦੁਲਾਵਾਂ ਦੇ ਨਾਲ ਜਿਵੇਂ ਸੈਂਟਰ, ਕਨੋੜੇ ਦੇ ਨਾਲ ਜਿਵੇਂ ਚੌਂਕ। ਠੀਕ ਹੈ, ਤਾਂ ਬੱਚਿਓ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਹੜੀ ਬਿੰਦੀ ਹੈ
ਉਹ ਅਸੀਂ ਕਦੀ ਵੀ ਔਂਕੜ ਜਾਂ ਦੁਲੈਂਕੜ ਦੇ ਨਾਲ ਬਿਲਕੁਲ ਵੀ ਨਹੀਂ ਦੇਖਦੇ। ਦੂਸਰਾ ਹੈ ਟਿੱਪੀ। ਟਿੱਪੀ ਅਸੀਂ 4 ਲਗਾਂ ਨਾਲ ਲਗਾਉਂਦੇ ਹਾਂ। ਮੁਕਤਾ, ਸਿਹਾਰੀ, ਔਂਕੜ ਅਤੇ ਦੁਲੰਕੜ। ਮੁਕਤਾ ਜਿਵੇਂ ਅੰਬ, ਸਿਹਾਰੀ ਜਿਵੇਂ ਸਿੰਗ, ਔਂਕੜ ਜਿਵੇਂ ਕੁੰਡਾ ਅਤੇ ਦੁਲੈਂਕੜ ਜਿਵੇਂ ਮੂੰਗਫਲੀ। ਇਸ ਤੋਂ ਇਲਾਵਾ ਬੱਚੋ ਜਿਹੜਾ ਊੜਾ ਹੈ ਉਹ ਤੁਸੀਂ ਹਮੇਸ਼ਾ ਦੇਖਿਆ ਕਿ ਊੜੇ ਦੇ ਨਾਲ ਕਦੇ ਵੀ ਟਿੱਪੀ ਨਹੀਂ ਆਉਂਦੀ। ਜਦੋਂ ਵੀ ਅਸੀਂ ਊੜੇ ਦੀ ਆਵਾਜ਼ ਦੇ ਨਾਲ ਕੁਛ ਬਿੰਦੀ ਦੀ ਆਵਾਜ਼ ਦੇਣੀ ਹੁੰਦੀ ਹੈ ਤਾਂ ਅਸੀਂ ਉਸ ਦੇ ਨਾਲ ਬਿੰਦੀ ਹੀ ਲਗਾਉਂਦੇ ਹਾਂ, ਟਿੱਪੀ ਕਦੀ ਨਹੀਂ ਲਗਾਉਂਦੇ ਹਾਂ। ਜਿਸ ਦੀ ਆਵਾਜ਼ ਨੱਕ 'ਚੋਂ ਨਿਕਲਦੀ ਹੈ ਅਸੀਂ ਉਹਨਾਂ ਥਾਵਾਂ 'ਤੇ ਹੀ ਬਿੰਦੀ ਟਿੱਪੀ ਦੀ ਵਰਤੋਂ ਕਰਦੇ ਹਾਂ। ਬਿੰਦੀ ਟਿੱਪੀ ਅਨੁਨਾਸਿਕ ਵਿਅੰਜਨ ਦੀ ਤਰ੍ਹਾਂ ਕੰਮ ਕਰਦੇ ਹਨ ਅਤੇ ਇਹਨਾਂ ਦੀ ਆਵਾਜ਼ ਨੱਕ 'ਚੋਂ ਨਿਕਲਦੀ ਹੈ। ਅਗਲਾ ਅਸੀਂ ਲਗਾ ਕਰ ਬੱਚੋਂ ਪੜ੍ਹਨ ਜਾ ਰਹੇ ਹਾਂ ਅੱਧਕ। ਅੱਧਕ ਦੀ ਵਰਤੋਂ ਅੱਖਰਾਂ ਦੀ ਆਵਾਜ਼ 'ਤੇ ਦਬਾਅ ਪਾਉਣ ਲਈ ਕੀਤੀ ਜਾਂਦੀ ਹੈ। ਜਿਸ ਅੱਖਰ 'ਤੇ ਦਬਾਅ ਪੈਂਦਾ ਹੈ ਅਸੀਂ ਉਸ ਅੱਖਰ ਤੋਂ ਪਹਿਲੇ ਵਾਲੇ ਅੱਖਰ 'ਤੇ ਅੱਧਕ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੀ ਵਰਤੋਂ 3 ਲਗਾਂ ਨਾਲ ਹੁੰਦੀ ਹੈ, ਜਿਵੇਂ ਮੁਕਤਾ, ਰੱਬ, ਸਿਆਰੀ, ਇੱਟਾ, ਔਂਕੜ, ਕੁੱਤਾ। ਇਸ ਤਰ੍ਹਾਂ ਅੱਧਕ ਦੀ ਵਰਤੋਂ ਸਿਰਫ 3 ਲਗਾਵਾਂ ਨਾਲ ਹੁੰਦੀ ਹੈ, ਮੁਕਤਾ, ਸਿਆਰੀ ਅਤੇ ਔਂਕੜ। ਇਸ ਤਰ੍ਹਾਂ ਬੱਚੋ ਅਸੀਂ ਇਸ ਪਾਠ ਵਿੱਚ ਇੱਕ ਤਾਂ ਅਸੀਂ ਅੱਖਰਾਂ ਦੇ ਸਹੀ ਉਚਾਰਨ ਵਿੱਚ ਮਦਦ ਕਰਨ ਵਾਲੀ ਲਗਾਂ ਮਾਤਰਾ ਬਾਰੇ ਪੜ੍ਹਿਆ ਹੈ ਅਤੇ ਦੂਸਰਾ ਅਸੀਂ ਲਗਾਂ ਮਾਤਰਾ ਦਾ ਸਹੀ ਉਚਾਰਨ ਕਰਨ ਵਿੱਚ ਸਹਾਇਤਾ ਕਰਨ ਵਾਲੇ ਲਗਾਂ ਅੱਖਰ ਬਾਰੇ ਪੜ੍ਹਿਆ ਹੈ। ਇਸ ਤਰ੍ਹਾਂ ਬੱਚੋ ਸਾਡੇ ਕੋਲ ਕੁੱਲ ਮਿਲਾ ਕੇ 10 ਲਗਾਂ ਮਾਤਰਾਵਾਂ ਹਨ ਅਤੇ ਲਗਾਂ ਮਾਤਰਾ ਦੇ ਨਾਲ ਲੱਗਣ ਵਾਲੇ 3 ਲਗਾਂ ਅੱਖਰ ਹਨ, ਜਿਹੜੇ ਹਨ ਬਿੰਦੀ, ਟਿੱਪੀ ਅਤੇ ਅੱਧਕ। ਪਰ ਬੱਚੇ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਸਾਰੀਆਂ ਲਗਾਂ ਮਾਤਰਾਵਾਂ ਸਾਰੇ ਅੱਖਰਾਂ ਦੇ ਨਾਲ ਨਹੀਂ ਲੱਗਦੀਆਂ। ਸਿਰਫ ਸੱਸੇ ਤੋਂ ਲੈ ਕੇ ਲੱਲੇ ਪੈਰੀ ਬਿੰਦੀ ਤੱਕ ਹੀ ਸਾਰੀਆਂ ਲਗਾਵਾਂ ਲੱਗਦੀਆਂ ਹਨ। ਦਸੇ ਦੀ ਦਸੇ ਲਗਾਵਾਂ, ਊੜਾ, ਐੜਾ ਅਤੇ ਈੜੀ ਦੇ ਨਾਲ ਕੁਝ ਹੀ ਲਗਾਵਾਂ ਲੱਗਦੀਆਂ ਹਨ ਅਤੇ ਲਗਾਂ ਅੱਖਰ ਹੀ ਇਸੇ ਤਰ੍ਹਾਂ ਕੁਝ ਲਗਾਵਾਂ ਦੇ ਨਾਲ ਲੱਗਦੇ ਹਨ, ਲਗਾਂ ਮਾਤਰਾ ਦੇ ਨਾਲ ਲੱਗਦੇ ਹਨ ਅਤੇ ਕੁਝ ਨਾਲ ਨਹੀਂ ਲੱਗਦੇ। ਤੁਹਾਨੂੰ ਬੱਚਿਓ ਇਸ ਦਾ ਪ੍ਰਯੋਗ ਧਿਆਨ ਨਾਲ ਸਿੱਖਣਾ ਹੋਏਗਾ ਅਤੇ ਇਸ ਨੂੰ ਚੰਗੀ ਤਰ੍ਹਾਂ ਯਾਦ ਕਰਨਾ ਪਏਗਾ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਚੱਲ ਜਾਏ ਕਿ ਤੁਸੀਂ ਕਿਸ ਅੱਖਰ ਨਾਲ ਕਿਹੜੀ ਮਾਤਰਾ ਲਗਾਉਣੀ ਹੈ। ਬੱਚਿਓ ਇਸ ਨੂੰ ਹੀ ਪੰਜਾਬੀ ਵਿਆਕਰਨ ਦੇ ਨਿਯਮ ਆਖਦੇ ਹਨ। ਇਹ ਨਿਯਮ ਤੁਸੀਂ ਚੰਗੀ ਤਰ੍ਹਾਂ ਯਾਦ ਕਰਨੇ ਹਨ ਅਤੇ ਇਸ ਨੂੰ ਆਪਣੀ ਪਾਠ ਪੁਸਤਕ 'ਤੇ ਇਸ ਦੇ ਨਾਲ ਸੰਬੰਧਿਤ ਅਭਿਆਸ ਕਾਰਜ ਤੁਸੀਂ ਆਪਣੀ ਪੁਸਤਕ 'ਤੇ ਕਰਨਾ ਹੈ ਅਤੇ ਇਸ ਦੇ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਉੱਤਰ ਹਨ ਉਹ ਤੁਸੀਂ ਆਪਣੀ ਕਾਪੀਆਂ 'ਤੇ ਕਰਨੇ ਹਨ ਅਤੇ ਵਰਕਸ਼ੀਟ ਵੀ ਤੁਸੀਂ ਜਿਹੜੀ ਫਾਲਤੂ ਦੇ ਕੁਐਸਚਨ ਹਨ, ਐਕਸਟਰਾ ਕੁਐਸਚਨ ਹਨ, ਉਹ ਤੁਸੀਂ ਆਪਣੀ ਕਾਪੀਆਂ 'ਤੇ ਕਰਨੇ ਹਨ। ਧੰਨਵਾਦ।